Hello everyone, welcome you all in your own channel Learn Everything। सो ਅਸੀਂ ਕਰ ਰਹੇ ਸੀ ਲੂਸੈਂਟ ਦੀ ਬੁੱਕ ਜਿਹਦੇ ਵਿੱਚ ਮੈਂ ਤੁਹਾਨੂੰ ਜੀਓਗ੍ਰਾਫੀ ਸਟਾਰਟ ਕਰੀ ਸੀ, ਜਿਹਦੇ ਵਿੱਚ ਆਪਾਂ ਫਿਜ਼ੀਕਲ ਫੀਚਰਸ ਆਫ ਇੰਡੀਆ ਕਰ ਰਹੇ ਸੀ, ਜਿਹਦੇ ਵਿੱਚ ਮੈਂ ਪਹਿਲੇ 10 MCQs ਤੁਹਾਨੂੰ ਕਰਵਾਏ ਸੀਗੇ। ਇਹ ਜਿਹੜੇ ਤੁਹਾਡੇ ਜਿੰਨੇ ਵੀ ਸਟੇਟ ਪੰਜਾਬ ਸਟੇਟ ਦੇ ਐਗਜ਼ਾਮ ਹੁੰਦੇ ਨੇ ਜਾਂ ਸੈਂਟਰ ਦੇ ਐਗਜ਼ਾਮ ਹੁੰਦੇ ਨੇ, ਲਾਈਕ KVS ਦੇ ਪੇਪਰ ਹੋ ਗਏ, ਰੇਲਵੇ ਦੇ ਪੇਪਰ, SSC ਐਂਡ ETT ਦੇ ਪੇਪਰ ਦੇ ਵਿੱਚ ਵੀ ਇਹ ਸਿਲੇਬਸ ਜਿਹੜਾ ਮੈਂਸ਼ਨ ਹੈਗਾ ਆ, ਉਹਨਾਂ ਸਾਰਿਆਂ ਲਈ ਇਹ ਹੈਲਪਫੁਲ ਹੈਗੇ ਨੇ। ਇੱਕ ਪਾਰਟ ਅਪਲੋਡ ਹੋ ਚੁੱਕਾ ਹੈ, ਦਿਸ ਇਜ਼ ਦਾ ਨੈਕਸਟ 10 MCQs। ਰੋਜ਼ 10 MCQs ਹੁੰਦੇ ਨੇ, ਮੈਂ ਇਹਨਾਂ ਨੂੰ ਐਕਸਪਲੇਨ ਕਰਦੀ ਹਾਂ ਕਿ ਤੁਹਾਡੇ ਇੱਕ ਪ੍ਰੋਪਰ ਨੋਟਸ ਜਿਹੜੇ ਆ ਉਹ ਬਣ ਜਾਣ, ਠੀਕ ਹੈ। ਅਤੇ ਦੂਸਰਾ ਹੈ ਕਿ ਇਹ ਜਿਹੜੀ ਬੁੱਕ ਹੈ ਲੂਸੈਂਟ ਦੀ ਬੁੱਕ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਮਤਲਬ ਟੌਪਿਕਸ ਕਵਰ ਕਰਦੀ ਆ। ਬਹੁਤ ਸਾਰੇ ਕੁਐਸਚਨਸ ਜਿਹੜੇ ਆ ਉਹ ਇਹਦੇ ਵਿੱਚੋਂ ਹੀ ਦੇਖਣ ਨੂੰ ਸਾਨੂੰ ਮਿਲਦੇ ਆ। ਬਹੁਤ ਸਾਰੇ ਮਤਲਬ ਕੁਐਸਚਨ ਤੁਸੀਂ ਕਿਸੇ ਪੇਪਰ ਦੇ ਚੱਕੋਗੇ, ਇਹ ਬੁੱਕ ਬੈਸਟ ਹੈਗੀ ਆ। ਅਤੇ ਜੇ ਕਿਸੇ ਨੇ ਵੀ ਇਹ ਬੁੱਕ ਬਾਏ ਕਰਨੀ ਹੈ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਦੇ ਦੇਵਾਂਗੀ, ਤੁਸੀਂ ਉੱਥੋਂ ਇਹ ਜਾ ਕੇ ਬੁੱਕ ਨੂੰ ਬਾਏ Amazon ਤੋਂ ਕਰ ਸਕਦੇ ਹੋ। ਕਲੀਅਰ ਆ? ਸੋ ਨੈਕਸਟ 10 MCQs ਦੇਖਦੇ ਹਾਂ। First is, consider the location of the mountain in India which one among the following is in right sequence from south to north। ਇੱਥੇ ਸਾਨੂੰ ਨਾ ਕੁਛ ਅਲੱਗ-ਅਲੱਗ ਮਾਊਂਟੇਨਸ ਦੇ ਨਾਮ ਦਿੱਤੇ ਹੋਏ ਨੇ, ਅਸੀਂ ਉਹਨਾਂ ਨੂੰ ਸਾਊਥ ਟੂ ਨੌਰਥ ਲਗਾਉਣਾ ਕਿ ਸਾਊਥ 'ਚ ਇਹਨਾਂ 'ਚ ਪਹਿਲਾਂ ਕਿਹੜੀ ਆਉਂਦੀ ਆ, ਫਿਰ ਉਸ ਤੋਂ ਅਗਲੀ ਕਿਹੜੀ ਆਉਂਦੀ ਆ, ਉਸ ਤੋਂ ਅਗਲੀ ਕਿਹੜੀ ਆਉਂਦੀ ਨੌਰਥ ਤੱਕ, ਮਤਲਬ ਨੌਰਥ ਤੱਕ। ਉਹਦੇ ਲਈ ਹੁਣ ਦੇਖੋ, ਉਹਦੇ ਲਈ ਤੁਹਾਨੂੰ ਜਿੰਨੀਆਂ ਮਾਊਂਟੇਨ ਰੇਂਜਿਸ ਹੈਗੀਆਂ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ। ਅਗੇਨ ਮੈਪ ਤੋਂ ਕਲੀਅਰ ਹੋਏਗਾ ਤੁਹਾਨੂੰ। ਆਪਾਂ ਮੈਪ ਦੇਖਦੇ ਹਾਂ, ਫਿਰ ਮੈਪ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਦੇਖੋ ਇਹ ਮੈਪ ਆ, ਮੈਂ ਐਟਲਸ ਤੋਂ ਇਹਦੀ ਪਿਕ ਲਈ ਹੈ। ਤੁਸੀਂ ਐਟਲਸ ਵੀ ਦੇਖੋ, ਐਟਲਸ ਬਹੁਤ ਇੰਪੋਰਟੈਂਟ ਆ। ਤੁਸੀਂ ਐਟਲਸ ਆਕਸਫੋਰਡ ਦਾ ਲੈ ਲਓ। ਐਟਲਸ ਦੇ ਵਿੱਚ ਨਾ ਸਾਰੇ ਮੈਪ ਦਿੱਤੇ ਹੋਏ ਨੇ, ਵਧੀਆ ਵਰਲਡ ਦੇ ਵੀ ਦਿੱਤੇ ਹੋਏ ਨੇ, ਇੰਡੀਆ ਦੇ ਵੀ, ਹਰ ਇੱਕ ਪ੍ਰੋਪਰ ਵੇ ਨਾਲ ਦਿਖਾਇਆ ਹੋਇਆ ਹੈ ਸਾਰੀਆਂ ਚੀਜ਼ਾਂ ਨੂੰ, ਠੀਕ ਹੈ। ਉਹ ਤੁਸੀਂ ਬਾਏ ਕਰ ਲੈਣਾ, ਆਕਸਫੋਰਡ ਦਾ ਵਧੀਆ ਹੈਗਾ। ਮੈਂ ਉਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗੀ, ਤੁਸੀਂ ਉੱਥੋਂ ਜਾ ਕੇ ਇਸ ਨੂੰ ਬਾਏ ਕਰ ਸਕਦੇ ਹੋ। ਕਲੀਅਰ? ਬਹੁਤ ਇੰਪੋਰਟੈਂਟ ਰਹੇਗਾ ਤੁਹਾਡੇ ਲਈ। ਦੇਖੋ ਐਟਲਸ ਦੇ ਵਿੱਚ ਇਹ ਤੁਹਾਨੂੰ ਸਾਰੀਆਂ ਜਿਹੜੀਆਂ ਰੇਂਜਿਸ ਆ ਇੱਥੇ ਦਿਖਾਈਆਂ ਹੋਈਆਂ ਆ, ਤੁਸੀਂ ਦੇਖ ਸਕਦੇ ਹੋ। ਕੈਲਾਸ਼ ਰੇਂਜਿਸ, ਕਾਰਾਕੋਰਮ, ਗ੍ਰੇਟ ਹਿਮਾਲਿਆਜ਼, ਅਰਾਵਲੀ, ਵਿਧਿਆਂਚਲ, ਸਤਪੁੜਾ ਰੇਂਜਿਸ, ਠੀਕ ਹੈ। ਇਹ ਸਾਰੀਆਂ ਜਿਹੜੀਆਂ ਦੇਖੋ, ਥੋੜ੍ਹਾ ਜ਼ੂਮ ਕਰਕੇ ਦੇਖਦੇ ਹਾਂ ਆਪਾਂ, ਅਜੰਤਾ ਰੇਂਜਿਸ, ਠੀਕ ਹੈ। ਸਾਰੀਆਂ ਮਤਲਬ ਜਿੰਨੇ ਵੀ ਹੈ ਇੱਥੇ ਦਿਖਾਇਆ ਹੋਇਆ। ਇਹ ਡੋਡਾ ਬੀਟਾ ਹੈਗਾ ਹੈ, ਨੀਲਗਿਰੀ ਹਿਲਸ ਹੈਗੀਆਂ ਆ, ਠੀਕ ਹੈ। ਇਹ ਸਾਰੇ ਦੇਖੋ ਦਿਖਾਈਆਂ ਹੋਈਆਂ ਸਾਰੀਆਂ ਰੇਂਜਿਸ। ਤੁਸੀਂ ਇੱਕ ਵਾਰੀ ਜਦੋਂ ਉਹਨੂੰ ਬਾਰ-ਬਾਰ ਦੇਖੋਗੇ ਨਾ, ਅਤੇ ਫਿਰ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਇਹਦੇ ਕੁਛ ਕੁ ਹੁਣ ਸਾਨੂੰ ਜਿਹੜਾ ਉਹਨੇ ਕੁਐਸਚਨ 'ਚ ਅਲੱਗ-ਅਲੱਗ ਪੁੱਛੀਆਂ ਸੀ, ਉਹਦੇ ਵਿੱਚ ਸੀਗਾ ਜੇ ਅਸੀਂ ਉਹਦੇ ਆਪਸ਼ਨ ਦੇ ਵਿੱਚ ਅਕੋਰਡਿੰਗ ਸਭ ਤੋਂ ਜਿਹੜਾ ਸਾਊਥ ਤੋਂ ਅਸੀਂ ਨੌਰਥ ਵੱਲ ਜਾਣਾ ਸੀਗਾ। ਦੇਖੋ ਸਾਊਥ ਨੌਰਥ ਜਾਂਦੇ, ਸਭ ਤੋਂ ਪਹਿਲਾਂ ਇੱਥੇ ਆਉਂਦਾ ਇੱਕ, ਇਹਨੂੰ ਹੋਰ ਜ਼ੂਮ ਕਰ ਲੈਂਦੇ ਆ ਥੋੜ੍ਹਾ, ਇਹ ਤੁਹਾਨੂੰ ਦਿਖੇਗਾ ਇੱਥੇ ਲਿਖਿਆ ਹੋਇਆ ਡੋਡਾ ਬੀਟਾ, ਠੀਕ ਆ। ਡੋਡਾ ਬੀਟਾ ਇਹ ਇੱਕ ਜਿਹੜੀਆਂ ਰੇਂਜਿਸ ਆ, ਸਭ ਤੋਂ ਪਹਿਲਾਂ ਇਹ ਆਉਣਗੀਆਂ। ਉਸ ਤੋਂ ਬਾਅਦ ਜਾਂਦੇ ਹੋਏ ਆਉਣਗੀਆਂ ਇੱਥੇ ਤੁਹਾਡੇ ਕੋਲ ਆਉਣਗੀਆਂ ਵਿਧਿਆਂਚਲਸ, ਇਹ ਦੇਖੋ। ਉਸ ਤੋਂ ਬਾਅਦ ਆ ਜਾਣਗੀਆਂ ਵਿਧਿਆਂਚਲ ਰੇਂਜਿਸ ਤੋਂ ਬਾਅਦ ਤੁਹਾਡੇ ਕੋਲ ਸਭ ਤੋਂ ਬਾਅਦ ਤੁਹਾਡੇ ਕੋਲ ਜਿਹੜੀਆਂ ਕੈਲਾਸ਼ ਰੇਂਜਿਸ ਆਉਣਗੀਆਂ ਸਭ ਤੋਂ ਬਾਅਦ। ਬਾਕੀ ਇੱਥੇ ਥੋੜ੍ਹੀਆਂ ਆਉਣਗੀਆਂ। ਉਸ ਤੋਂ ਬਾਅਦ ਆਉਣਗੀਆਂ ਧੌਲਾਗਿਰੀ। ਦੇਖੋ ਸਭ ਤੋਂ ਨੀਚੇ ਕਿਹੜੀਆਂ ਆਈ ਸੀ? ਡੋਡਾ ਬੀਟਾ, ਫਿਰ ਵਿਧਿਆਂਚਲ ਆਈਆਂ, ਫਿਰ ਧੌਲਾਗਿਰੀ ਐਂਡ ਫਿਰ ਆਈਆਂ ਕੈਲਾਸ਼ ਰੇਂਜਿਸ। ਕਲੀਅਰ? ਉਹਲੇ ਕੀ ਹੋਣਾ, ਤੁਸੀਂ ਮੈਪ ਦੇ ਵਿੱਚ ਬਾਰ-ਬਾਰ ਸਾਰੀਆਂ ਰੇਂਜਿਸ ਨੂੰ ਦੇਖਿਆ ਕਰੋ। ਥੋੜ੍ਹਾ ਰੇਂਜਿਸ ਨੂੰ ਦੇਖੋਗੇ ਨਾ, ਤੁਹਾਨੂੰ ਕਲੀਅਰ ਹੋ ਜਾਣਗੀਆਂ। ਹੁਣ ਜ਼ਰੂਰੀ ਨਹੀਂ ਹੈਗਾ ਉੱਥੇ ਆਰਡਰ ਇਹਨਾਂ ਦਾ ਹੀ ਪਾਵੇ, ਉਹ ਕੋਈ ਵੀ ਆਰਡਰ ਪਾ ਸਕਦਾ। ਇੱਕ ਵਾਰ ਜਿਹੜੀ DSSB ਦਾ ਵੀ ਪੇਪਰ ਹੁੰਦਾ ਆ, ਟੀਚਿੰਗ ਨਾਲ ਰਿਲੇਟਡ ਪੇਪਰ ਹੈਗਾ, ਉਹਨਾਂ ਵਿੱਚ ਕਈ ਵਾਰੀ ਇਹ ਕੁਐਸਚਨ ਦੇਖਣ ਨੂੰ ਮਿਲਿਆ ਕਿ ਉਹ ਜਿਹੜੀਆਂ ਰੇਂਜਿਸ ਆ ਨਾ, ਮਤਲਬ ਅਲੱਗ-ਅਲੱਗ ਮਾਊਂਟੇਨ ਰੇਂਜਿਸ ਹੈਗੀਆਂ, ਉਹਨਾਂ ਨੂੰ ਉਹ ਆਰਡਰ 'ਚ ਲਗਾਉਣ ਲਈ ਪਾ ਦਿੰਦਾ ਹੈ। ਕਈ ਵਾਰੀ ਸਾਊਥ ਤੋਂ ਹੋ ਸਕਦਾ, ਇਸ ਵਾਰੀ ਤਾਂ ਉਹਨੇ ਸਾਊਥ ਨੌਰਥ ਕਿਹਾ, ਨੌਰਥ ਸਾਊਥ ਕਹਿ ਸਕਦਾ ਕਿ ਇੱਧਰ ਨੂੰ ਦੱਸੋ ਆਉਂਦੇ ਰੇਂਜਿਸ ਦੱਸੋ। ਪਹਿਲਾਂ ਫਿਰ ਕੈਲਾਸ਼ ਰੇਂਜਿਸ ਆਉਣੀਆਂ ਸੀ, ਫਿਰ ਆਉਣੀਆਂ ਸੀ ਧੌਲਾਗਿਰੀ, ਠੀਕ ਹੈ, ਫਿਰ ਆਉਣੀਆਂ ਸੀ ਵਿਧਿਆਂਚਲ, ਫਿਰ ਉਸ ਤੋਂ ਬਾਅਦ ਆਉਣੀਆਂ ਸੀ ਡੋਡਾ ਬੀਟਾ। ਕਲੀਅਰ? ਸੋ ਇੱਦਾਂ ਉਹਨੇ ਹੁਣ ਸਾਊਥ ਤੋਂ ਨੌਰਥ ਵੱਲ ਨੂੰ ਕਿਹਾ ਸੀਗਾ। ਸੋ ਉਹਦੇ ਅਕੋਰਡਿੰਗ ਹੁਣ ਆਪਾਂ ਆਪਣਾ ਆਨਸਰ ਮਾਰਕ ਕਰਦੇ ਹਾਂ। ਸੋ ਆਪਣਾ ਆਨਸਰ ਕਿਹੜਾ ਹੋ ਜਾਏਗਾ? ਆਪਸ਼ਨ ਨੰਬਰ B। ਸਭ ਤੋਂ ਪਹਿਲਾਂ ਸਾਊਥ ਸੀਗੀ ਡੋਡਾ ਬੀਟਾ, ਫਿਰ ਵਿਧਿਆਂਚਲ, ਫਿਰ ਧੌਲਾਗਿਰੀ, ਫਿਰ ਕੈਲਾਸ਼। ਇੱਦਾਂ ਰੇਂਜਿਸ ਸੀਕੁਐਂਸ ਦੇ ਵਿੱਚ ਲਾਈਆਂ ਸਾਊਥ ਤੋਂ ਨੌਰਥ ਵੱਲ। ਉਹਦੇ ਲਈ ਕੀ ਆ, ਮੈਪ ਨੂੰ ਬਾਰ-ਬਾਰ ਦੇਖੋ, ਮੈਪ ਦੇ ਵਿੱਚ ਰੇਂਜਿਸ ਨੂੰ ਲੋਕੇਟ ਕਰੋ, ਇੱਕ ਹਾਈਲਾਈਟਰ ਨਾਲ ਥੋੜ੍ਹਾ ਉਹਨੂੰ ਹਾਈਲਾਈਟ ਕਰੋ, ਉਹਨਾਂ ਨੂੰ ਬਾਰ-ਬਾਰ ਦੇਖੋ। ਇਹੀ ਮੈਥਡ ਹੈਗਾ ਇਹਨਾਂ ਨੂੰ ਯਾਦ ਕਰਨ ਦਾ ਸਭ ਤੋਂ ਬੈਸਟ। ਨੈਕਸਟ ਜੋ ਸਾਡੇ ਕੋਲ ਕੁਐਸਚਨ ਹੈਗਾ ਉਹ ਹੈਗਾ, ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਫਸਟ ਇਜ਼ ਸ਼ਿਲੋਂਗ ਪਲੇਟੂ ਇਜ਼ ਐਨ ਆਊਟਲਾਈਟਰ ਆਫ ਪੈਂਸਿਲਰ ਪਲੇਟੂ ਆਫ ਦ ਇੰਡੀਆ। ਬਿਲਕੁਲ ਸਹੀ ਹੈਗਾ। ਜੋ ਸ਼ਿਲੋਂਗ ਪਲੇਟੂਆ ਹੈਗਾ ਆ, ਇਹ ਆਊਟਲਾਈਟਰ ਹੀ ਹੈਗਾ। ਇਸ ਪੈਨਿਸੂਲਰ ਪਲੇਟੂਆ ਜਿਹੜਾ ਪੂਰਾ ਹੈਗਾ ਨਾ ਇੰਡੀਆ ਦਾ, ਉਹਦਾ ਜਿਹੜਾ ਸ਼ਿਲੋਂਗ ਪਲੇਟੂਆ ਉਹਦਾ ਆਊਟਲਾਈਟਰ ਹੈਗਾ। ਮੈਂ ਸਾਰੇ ਤੁਹਾਨੂੰ ਪਲੇਟੂਆਸ ਜਿਹੜੇ ਦਿਖਾ ਵੀ ਦੇਵਾਂਗੀ। ਅਰਾਵਲੀ ਮਾਊਂਟੇਨ ਇਜ਼ ਦਾ ਓਲਡੈਸਟ ਮਾਊਂਟੇਨ ਆਫ ਇੰਡੀਆ। ਬਿਲਕੁਲ ਇਹ ਅਰਾਵਲੀ ਮਾਊਂਟੇਨਸ ਜਿਹੜੀਆਂ ਹੈਗੀਆਂ ਓਲਡੈਸਟ, ਸਭ ਤੋਂ ਓਲਡੈਸਟ ਮਾਊਂਟੇਨ ਹੈਗੀਆਂ ਆ।
ਨੈਕਸਟ ਰਾਜ ਮਹਿਲ ਹਾਈਲੈਂਡਸ ਆਰ ਕੰਪੋਜ਼ਡ ਆਫ ਲਾਵਾ ਡਿਪੋਜ਼ਿਟ। ਹਾਂ ਜਿੰਨੇ ਵੀ ਰਾਜ ਮਹਿਲ ਦੇ ਹਾਈਲੈਂਡਸ ਜਿਹੜੇ ਹੈਗੇ ਆ ਇਹ ਸਾਰੇ ਲਾਵਾ ਦੇ ਹੀ ਬਣੇ ਹੋਏ ਆ। ਇਹ ਤੁਹਾਨੂੰ ਇੰਪੋਰਟੈਂਟ ਕੁਝ ਪੁਆਇੰਟਸ ਮਿਲ ਜਾਣਗੇ। ਇਹ ਗਲਤ ਹੈਗਾ, ਵਿਦਿਆਂਚਲ ਆਰ ਐਗਜ਼ਾਮਪਲ ਆਫ ਫੋਲਡ ਮਾਊਂਟੇਨ, ਨਹੀਂ ਵਿਦਿਆਂਚਲ ਤੇ ਸਤਪੁੜਾ ਦੋਨੇ ਬਲੌਕ ਮਾਊਂਟੇਨਸ ਆ, ਨੋਟ ਕਰ ਲੈਣਾ। ਇਹ ਫੋਲਡ ਮਾਊਂਟੇਨਸ ਨਹੀਂ ਹੈਗਾ। ਕੱਲ ਮੈਂ ਤੁਹਾਨੂੰ ਫੋਲਡ ਮਾਊਂਟੇਨ, ਬਲੌਕ ਮਾਊਂਟੇਨ ਸਾਰੀਆਂ ਦਿਖਾਈਆਂ ਸੀ, ਵੋਲਕੈਨੋ ਵਾਲੀਆਂ ਵੀ, ਜਿੱਦਾਂ ਆਪਾਂ ਹਿਮਾਲਿਆਸ ਕੱਲ ਕਰ ਲਿਆ ਸੀ, ਉਹ ਸੀਗੀਆਂ ਕਿਹੜੀਆਂ ਸੀ, ਫੋਲਡ ਮਾਊਂਟੇਨ ਸੀਗੀਆਂ। ਬਟ ਜਿਹੜੇ ਵਿਦਿਆਂਚਲ ਤੇ ਸਤਪੁੜਾ ਹੈਗੀਆਂ ਇਹ ਦੋਨੇ ਫੋਲਡ ਮਾਊਂਟੇਨ ਹੀ ਹੈਗੀਆਂ, ਇਹ ਬਲੌਕ ਮਾਊਂਟੇਨਸ ਆ। ਤੇ ਅਰਾਵਲੀ ਮਾਊਂਟੇਨਸ ਜਿਹੜੀਆਂ ਸਭ ਤੋਂ ਓਲਡ, ਸਭ ਤੋਂ ਪੁਰਾਣੇ ਜਿਹੜੇ ਮਾਊਂਟੇਨਸ ਚੇਨ ਇੰਡੀਆ ਦੇ ਵਿੱਚ ਹੈਗੀ ਆ। ਐਂਡ ਪੈਨਿਸੂਲਰ ਪਲੇਟੂ ਆ ਜਿਹੜਾ ਹੈਗਾ ਇੰਡੀਆ ਦਾ, ਉਹਦੇ ਵਿੱਚ ਸ਼ਿਲੋਂਗ ਪਲੇਟੂ ਸਭ ਤੋਂ ਆਊਟਲਾਈਟਰ ਹੈ, ਇਹਦਾ ਬਿਲਕੁਲ ਆਊਟਲਾਈਟਰ ਹੈ। ਤੇ ਰਾਜ ਮਹਿਲ ਦੇ ਜਿੰਨੇ ਵੀ ਹਾਈਲੈਂਡਸ ਆ ਉਹ ਸਾਰੇ ਲਾਵਾ ਦੇ ਹੀ ਬਣੇ ਹੋਏ ਆ। ਵਿਚ ਵਨ ਆਫ ਦ ਫੋਲੋਇੰਗ ਸਿਸਟਮ ਕੰਟੇਨ ਦ ਓਲਡੈਸਟ ਰੌਕ ਫਾਰਮੇਸ਼ਨ ਆਫ ਇੰਡੀਆ। ਦੇਖੋ ਰੌਕਸ ਚਟਾਨਾ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਨਾ, ਮਤਲਬ ਉਹਨੇ ਪੁੱਛਿਆ ਕਿਹੜਾ ਸਿਸਟਮ ਜਿਹੜਾ ਚਟਾਨਾ ਦਾ ਹੈਗਾ ਸਭ ਤੋਂ ਪੁਰਾਣਾ ਹੈਗਾ ਆ, ਪੁਰਾਣਾ ਸਿਸਟਮ ਸਭ ਤੋਂ। ਦੇਖੋ ਜੀਓਗ੍ਰਾਫੀ ਦੇ ਅਕੋਰਡਿੰਗ, ਜੇ ਟਾਈਮ ਹਿਸਟਰੀ ਦੇਖੀ ਉਹਦੇ ਅਕੋਰਡਿੰਗ ਅਲੱਗ-ਅਲੱਗ ਸਾਡੇ ਕੋਲ ਰੌਕ ਸਿਸਟਮ ਹੈਗੇ ਆ। ਇਹ ਦੇਖੋ ਫਸਟ ਹੈਗਾ ਦਾ ਆਰਕੀਅਨ ਰੌਕ ਸਿਸਟਮ, ਸਭ ਤੋਂ ਪੁਰਾਣਾ ਬਣਿਆ। ਉਸ ਤੋਂ ਬਾਅਦ ਬਣਿਆ ਦਾ ਪੁਰਾਣਾ ਰੌਕ ਸਿਸਟਮ, ਉਸ ਤੋਂ ਬਾਅਦ ਹੈਗਾ ਦਰਾਵੰਦੀਅਨ ਰੌਕ ਸਿਸਟਮ, ਐਂਡ ਨੈਕਸਟ ਇਜ਼ ਦਾ ਆਰੀਅਨ ਰੌਕ ਸਿਸਟਮ। ਇਹ 4 ਰੌਕ ਸਿਸਟਮ ਆ। ਇਹ ਅਕੋਰਡਿੰਗ ਟੂ ਜੀਓਗ੍ਰਾਫੀ ਜਿਹੜੀ ਗ੍ਰਾਫਿਕਲ ਜਿਹੜੀ ਜਿਓਲੋਜੀਕਲ ਹਿਸਟਰੀ ਉਹਦੇ ਅਕੋਰਡਿੰਗ ਦੱਸਿਆ ਕਿ ਸਭ ਤੋਂ ਪਹਿਲਾਂ ਕਿਹੜਾ ਸੀ ਪੁਰਾਣਾ ਸਭ ਤੋਂ, ਫਿਰ ਉਸ ਤੋਂ ਬਾਅਦ ਕਿਹੜਾ ਆਇਆ। ਇਹ ਜਿਹੜੇ ਰੌਕ ਸਿਸਟਮ ਚਟਾਨਾਂ ਦੇ ਹੈਗੇ ਆ ਨਾ, ਚਟਾਨਾਂ ਜਿਹੜੀਆਂ ਆ ਉਹਦੇ ਵਿੱਚ ਜਿਹੜਾ ਸਭ ਤੋਂ ਓਲਡੈਸਟ ਹੈਗਾ ਰੌਕ, ਉਹ ਜਿਹੜਾ ਫਸਟ ਵੀ ਫਾਰਮਡ ਐਟ ਦ ਟਾਈਮ ਆਫ ਕੂਲਿੰਗ, ਮਤਲਬ ਪਹਿਲਾਂ ਲਾਵਾ ਨਿਕਲਿਆ, ਫਿਰ ਉਹ ਹੌਲੀ ਹੌਲੀ ਠੰਡਾ ਹੋਇਆ ਅਰਥ ਦੀ ਕਰਸਟ, ਤੇ ਫਿਰ ਬਣਿਆ ਜਾ ਕੇ ਪ੍ਰੀ ਕੈਂਬਰੀਅਨ ਈਰਾ, ਮਤਲਬ ਅਬਾਊਟ 4000 ਮਿਲੀਅਨ ਈਅਰ ਅਗੋ, ਬਹੁਤ ਜ਼ਿਆਦਾ ਪੁਰਾਣਾ ਹੈਗਾ। ਠੀਕ ਹੈ, ਇਹਨੂੰ ਪ੍ਰੀ ਕੈਂਬਰੀਅਨ ਈਰਾ ਵੀ ਬੋਲਦੇ ਆ। ਠੀਕ ਹੈ, ਸੋ ਇਹਦੇ ਬਾਰੇ ਥੋੜ੍ਹੀ ਜਿਹੀ ਨੌਲੇਜ ਇਹ ਯਾਦ ਰੱਖਣੀ ਹੈ। ਕਲੀਅਰ, ਸੋ ਇਹਨਾਂ ਨੂੰ ਵੀ ਯਾਦ ਰੱਖ ਲੈਣਾ ਕਿ ਕਿਹੜੇ ਕਿਹੜੇ ਸਿਸਟਮ ਹੈਗੇ ਸਾਡੇ ਕੋਲ, ਅਲੱਗ-ਅਲੱਗ ਰੌਕ ਸਿਸਟਮ ਜਿਹੜੇ ਆ ਦੱਸੇ ਹੋਏ ਆ। ਓਲਡ ਜਿਹੜੀ ਰੌਕ ਹੈਗੀਆਂ ਸਭ ਤੋਂ ਮੈਂ ਦੱਸਿਆ ਪ੍ਰੀ ਕੈਂਬਰੀਅਨ ਈਰਾ ਦੇ ਵਿੱਚ ਜਿਹੜਾ ਆ 4000 ਮਿਲੀਅਨ ਈਅਰ ਅਗੋ ਕਹਿ ਲਓ ਜਾਂ 4 ਬਿਲੀਅਨ ਈਅਰ, ਮਤਲਬ ਇੰਨੇ ਸਾਲ ਪਹਿਲਾਂ ਇਹ ਬਣਿਆ। ਦੇਖੋ ਇਹ ਰੌਕ ਜਿਹੜੀਆਂ ਕਿੱਦਾਂ ਬਣਦੀਆਂ, ਜਦੋਂ ਮੈਂ ਤੁਹਾਨੂੰ ਦੱਸਿਆ ਉਹੀ ਮੈਗਮਾ ਜਿਹੜਾ ਮਤਲਬ ਧਰਤੀ 'ਚੋਂ ਲਾਵਾ ਨਿਕਲਦਾ ਆ, ਉਹ ਫਿਰ ਬਾਹਰ ਮੈਗਮਾ ਆ ਠੰਡਾ ਹੁੰਦਾ ਹੌਲੀ ਹੌਲੀ, ਫਿਰ ਸੋਲਿਡ ਹੁੰਦਾ ਆ। ਠੀਕ ਆ, ਫਿਰ ਉਹ ਵਾਲੀਆਂ ਜਿਹੜਾ ਸਭ ਤੋਂ ਪੁਰਾਣਾ ਰੌਕ ਸਿਸਟਮ ਇੱਦਾਂ ਬਣਿਆ। ਠੀਕ ਹੈ, ਨੈਕਸਟ ਦੇਖਦੇ ਹਾਂ ਇਹਦੇ ਵਿੱਚ ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਸੋ ਇੱਥੇ ਸਾਡਾ ਆਨਸਰ ਆ ਜਾਏਗਾ ਦਾ ਆਰਕਨ ਸਿਸਟਮ। ਇਹ ਸਭ ਤੋਂ ਪੁਰਾਣਾ ਰੌਕ ਸਿਸਟਮ ਹੈਗਾ ਆ, ਵਿਚ ਇਜ਼ ਦਾ ਆਰਕਨ ਸਿਸਟਮ। ਨੈਕਸਟ ਅਸੀਂ ਦੇਖਦੇ ਹਾਂ 14 ਕੁਐਸਚਨ। 14 ਕੁਐਸਚਨ ਸਾਡੇ ਕੋਲ ਹੈਗਾ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਵਿਦ ਰਿਗਾਰਡ ਟੂ ਵੈਸਟਰਨ ਕੋਸਟ ਪਲੇਨ ਆਫ ਦ ਇੰਡੀਆ ਆਰ ਕਰੈਕਟ। ਜਿਹੜੇ ਵੈਸਟਰਨ ਕੋਸਟ ਹੈਗੇ ਨਾ ਇੰਡੀਆ ਦੇ, ਉਹਦੇ ਲਈ ਇਹਦੇ ਵਿੱਚੋਂ ਕਿਹੜੀ ਸਟੇਟਮੈਂਟਸ ਜਿਹੜੀਆਂ ਕਰੈਕਟ ਹੈਗੀਆਂ ਨੇ। ਦੇਖੋ ਮੈਂ ਤੁਹਾਨੂੰ ਕੰਪਲੀਟ ਇਹਦੇ ਬਾਰੇ ਦੱਸ ਦਾਂਗੀ, ਈਸਟਰਨ ਕੋਸਟ ਵੈਸਟ ਕੋਸਟਰਨ ਪਲੇਨ ਬਾਰੇ। ਪਹਿਲਾਂ ਆਪਾਂ ਇਹਦੇ ਬਾਰੇ ਕੰਪਲੀਟ ਨੌਲੇਜ ਲੈਂਦੇ ਹਾਂ ਤੇ ਫਿਰ ਆਪਾਂ ਇਹਨੂੰ ਕੁਐਸਚਨ ਨੂੰ ਅਟੈਂਪਟ ਕਰਾਂਗੇ। ਠੀਕ ਹੈ, ਸੋ ਪਹਿਲਾਂ ਇਹ ਦੇਖੋ ਇੰਡੀਆ ਦਾ ਮੈਪ, ਦਿਸ ਇਜ਼ ਦਾ ਕੋਸਟ ਲਾਈਨ, ਇਹ ਕੋਸਟ ਲਾਈਨ ਹੈਗੀ ਆ। ਠੀਕ ਹੈ, ਜੋ ਇੱਧਰ ਪਾਣੀ ਦੇ ਨਾਲ ਜੋ ਇੱਧਰ ਹੈਗੀ ਬੰਗਾਲ ਦੀ ਖਾੜੀ, ਇੱਧਰ ਅਰਬ ਸਾਗਰ ਹੈਗਾ, ਇਹਦੇ ਨਾਲ ਜਿਹੜੀ ਇਹ ਜਿਹੜੇ ਹੈਗੇ ਤਟੀਏ ਖੇਤਰ ਹੈਗੇ ਜਿਹਨਾਂ ਨੂੰ ਆਪਾਂ ਬੋਲ ਦਿੰਦੇ ਆ, ਇਹ ਜਿਹੜੇ ਕੋਸਟ ਲਾਈਨ ਹੈਗੀ ਆ ਇਹਦੇ ਵਿੱਚ ਜਿਹੜੀ ਦੇਖੋ ਹੁਣ ਦਿਸ ਇਜ਼ ਦਾ ਈਸਟ ਸਾਈਡ, ਦਿਸ ਇਜ਼ ਦਾ ਵੈਸਟ ਸਾਈਡ। ਠੀਕ ਹੈ, ਈਸਟ ਤੇ ਜਿਹੜੇ ਕੋਸਟ ਹੋਣਗੇ ਉਹਨਾਂ ਨੂੰ ਆਪਾਂ ਈਸਟ ਕੋਸਟ ਬੋਲਾਂਗੇ ਈਸਟ ਸਾਈਡ ਤੇ, ਦਿਸ ਇਜ਼ ਦਾ ਈਸਟਰਨ ਕੋਸਟ। ਜਿਹੜੇ ਵੈਸਟ ਸਾਈਡ ਉਹਨੂੰ ਆਪਾਂ ਬੋਲਦੇ ਵੈਸਟਰਨ ਕੋਸਟ। ਪਹਿਲੀ ਗੱਲ ਇਹ ਕਲੀਅਰ ਹੋਣੀ ਚਾਹੀਦੀ ਹੈ। ਠੀਕ ਹੈ, ਬਾਕੀ ਇਹਦੇ ਵਿੱਚ ਜਿਹੜਾ ਡਿਫਰੈਂਸ ਅਸੀਂ ਉਹ ਦੇਖਾਂਗੇ। ਜਿਹੜੇ ਤਾਂ ਹੈਗੇ ਆ ਇਹ ਸਾਡੇ ਕੋਲ ਈਸਟਰਨ ਕੋਸਟ, ਇਹ ਵਾਸਟ ਵੀ ਹੈਗੇ ਨੇ ਬਾਈ ਦੀ ਬੇ ਆਫ ਬੰਗਾਲ, ਕਿਉਂਕਿ ਇੱਧਰ ਬੰਗਾਲ ਦੀ ਖਾੜੀ ਹੈਗੀ ਆ, ਬੇ ਆਫ ਬੰਗਾਲ ਹੈਗੀ ਆ, ਇੱਧਰ ਅਰਬ ਸਾਗਰ ਹੈਗਾ। ਸੋ ਜਿਹੜੇ ਵੈਸਟਰਨ ਕੋਸਟ ਜੇ ਤੁਹਾਨੂੰ ਆ ਜਾਂਦਾ ਉਹ ਕਿੰਨਾ ਵਾਸਟ ਵੀ ਹੈਗੇ ਨੇ ਬਾਈ ਦੀ ਅਰਬ ਸਾਗਰ। ਕਲੀਅਰ, ਉਸ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਸਾਡੇ ਕੋਲ ਈਸਟਰਨ ਕੋਸਟ, ਇਹਨਾਂ ਦੀ ਵਿੱਥ ਜਿਹੜੀ ਜ਼ਿਆਦਾ ਹੈਗੀ ਹੈ, ਚੌੜਾਈ ਜ਼ਿਆਦਾ ਹੈਗੀ ਆ, ਬਟ ਜਿਹੜੇ ਇਹ ਹੈਗੇ ਆ ਇਹਨਾਂ ਦੀ ਵਿੱਥ ਇੰਨੀ ਜ਼ਿਆਦਾ ਨਹੀਂ ਹੈਗੀ, ਇਹ ਥੋੜ੍ਹੇ ਇਹਦੇ ਨਾਲੋਂ ਘੱਟ ਵਿੱਥ ਦੇ ਹੈਗੇ ਨੇ। ਠੀਕ ਹੈ, ਘੱਟ ਏਰੀਆ ਆਕੂਪਾਈ ਹੈਗਾ ਐਜ਼ ਕੰਪੈਰੀਜ਼ਨ ਟੂ ਇਹ। ਤੇ ਜਿਹੜੇ ਈਸਟਰਨ ਵਾਲੇ ਉਹ ਜ਼ਿਆਦਾ ਹੈਗੇ ਨੇ, ਜ਼ਿਆਦਾ ਫੈਲੇ ਹੋਏ ਨੇ। ਠੀਕ ਹੈ, ਇਹਨਾਂ ਦੀ ਵਿੱਥ ਜ਼ਿਆਦਾ ਹੈਗੀ, ਇਹਨਾਂ ਦੀ ਹੁੰਦੀ ਹੈ 100 ਕਿਲੋਮੀਟਰ ਤੱਕ। ਠੀਕ ਹੈ, ਇਹਨਾਂ ਦੀ 100 ਤੱਕ ਹੈਗੀ, ਬਟ ਇਹਦੀ ਜਿਹੜੀ ਹੈਗੀ ਓਨਲੀ 50 to 65 ਤੱਕ ਹੈਗੀ, 65 ਕਿਲੋਮੀਟਰ ਤੱਕ ਸਿਰਫ ਹੈਗੀ ਆ। ਮਤਲਬ ਇਹ ਨੈਰੋ ਹੁੰਦੇ ਨੇ, ਜ਼ਿਆਦਾ ਇਹਨਾਂ ਦੀ ਵਿੱਥ ਨਹੀਂ ਹੁੰਦੀ ਹੈਗੀ, ਨੈਰੋ ਜਿਹੇ ਹੁੰਦੇ ਹੈਗੇ ਨੇ। ਦੂਸਰਾ ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈਗਾ ਆ ਕਿ ਜਿਹੜੇ ਇੱਧਰਲੀ ਸਾਈਡ ਹੈਗੇ ਆ ਨਾ ਇਹ ਕੰਟੀਨਿਊਸ ਹੈਗੇ ਨੇ, ਲਗਾਤਾਰ ਹੈਗੇ ਨੇ, ਮਤਲਬ ਇਹਨਾਂ 'ਚ ਕੋਈ ਇੰਟਰਸੈਕਸ਼ਨ ਨਹੀਂ। ਬਟ ਇਹ ਵਾਲੇ ਜਿਹੜੇ ਆ ਇਹਨਾਂ 'ਚ ਇੰਟਰਸੈਕਸ਼ਨ ਹੈਗੀ ਆ ਬਾਈ ਦੀ ਮਾਊਂਟੇਨਸ। ਠੀਕ ਹੈ, ਕੁਛ ਮਾਊਂਟੇਨਸ ਦੇ ਜਿਹੜੇ ਹੈਗੀ ਉਹਦੇ ਕਰਕੇ ਇਹਦੇ 'ਚ ਕੁਛ ਰੋਕ ਲੱਗਦੀ ਹੈ। ਅਤੇ ਐਂਡ ਪੋਰਟ ਸਿਸਟਮ ਲਈ ਬਹੁਤ ਵਧੀਆ, ਜਿੱਦਾਂ ਬੰਦਰਗਾਹਾਂ, ਇੱਧਰ ਬਹੁਤ ਸਾਰੀਆਂ ਬੰਦਰਗਾਹਾਂ ਤੁਹਾਨੂੰ ਮਿਲਣਗੀਆਂ, ਇੱਧਰ ਕੋਈ ਵੀ ਬੰਦਰਗਾਹ ਨਹੀਂ ਹੋਏਗੀ। ਜਿਹੜਾ ਵੈਸਟਰਨ ਕੋਸਟ ਆ ਉਸ 'ਤੇ ਕਾਫੀ ਸਾਰੀਆਂ, ਮੁੰਬਈ 'ਤੇ ਤੁਹਾਨੂੰ ਪਤਾ ਇੱਕ ਪੋਰਟ ਹੈਗਾ ਆ,
ठीक है। सो इदा इधर बंदरगाह काफ़ी हैगियां ने बट इधर कोई भी बंदरगाह नहीं हैगी। एंड नैक्सट पॉइंट वैरी इंपॉर्टेंट पॉइंट, तुहानूं पता होना आ कि इत्थों जो ब्रह्मपुत्र नदी भी आती है इधर बंगाल की खाड़ी च डिगदी, इत्थे दुनिया का सब तो वड्डा जिहड़ा डेल्टा बनता है सुंदरबन डेल्टा, पश्चिमी बंगाल दे विच वैस्ट बंगाल दे विच दुनिया का सब तो वड्डा डेल्टा बनता सुंदरबन डेल्टा। सो इहदे विच डेल्टा फॉर्मेशन होंदी है बट इधरली साइड कोई डेल्टा फॉर्मेशन नहीं होंदी बिकॉज इत्थे तां नदियां आके बंगाल की खाड़ी च डिगदियां ना, इस करके डेल्टा फॉर्मेशन होंदी है बट इधर कोई भी डेल्टा फॉर्मेशन नहीं होंदी। क्लीयर। ये कुछ इंपॉर्टेंट पॉइंट है जो मैं तुहानूं दस रही हूँ। इत्थे कुछ देखो डिफरेंस भी दस्सिया है। वॉस्ट वे हैगी ईस्टर्न कोस्ट, ईस्ट वाली साइड वाले, जी ईस्ट वाली साइड है उधर बंगाल की खाड़ी है, जो वैसट वाली गल करा उधर है अरेबिक सागर। ठीक है, ये कंटिन्यूज है ने, लगातार है ने बट ये इंटरसैक्ट है ने बाई दी माउंटेन रिजिड्स। ठीक है, इधर दूसरा है ये काफ़ी ब्रॉड है ने ईस्ट वाले, इधर वाले 80 तो 100 किलोमीटर तक बट इधरले जोड़े घाट ही है वो है 50 टू ओनली 60 किलोमीटर। वैसट वाली साइड की गल करते हैं। ठीक है, ये ईस्ट है ये वैसट है। वैसटर्न कोस्ट थोड़ियाँ थोड़ी सॉइल बारे भी दसिया, सैंडी विद एल्यूमिनियम है एंड स्लोप्स है कुछ जेंटली टूवर्ड्स द सी वाल है ने, समुद्र वाल जो अरब सागर पैंदा है। ईस्ट की गल की ईस्ट वाली सॉरी, द वैसटर्न कोस्ट जोड़े है रॉकी है ने थोड़े विद द सैंड हैगी, सैंड के ड्यून्स है ने। ठीक है, सैंड के एंड स्टोन है ने, ये स्लोप हैगी है जी और डाउन टू द सी हैगी है। बस थोड़ा जिहा इहदे बारे याद रखना। बाकी ईस्टर्न कोस्ट काफ़ी समूथ है ने, तो तुहानूं मैं दस दिता उधर पोर्ट लई वधिया नहीं है, मतलब उत्थे बंदरगाह बनाने लई वधिया नहीं है बट ये जिहड़े बंदरगाह बनाने लई वधिया है, सुटेबल है पोर्ट्स बनाने लई। ठीक है, एक बहुत इंपॉर्टेंट पॉइंट है जी ईस्ट वाली साइड से ना उधर लो रेनफॉल होंदा बट वैसट वाली साइड बहुत ज़्यादा, इधर तुहानूं पता केरला वगैरह दे विच बहुत सारा रेनफॉल होंदा है। ठीक है, सो ये उस तो बाद है कि जिहड़े ईस्ट कोस्ट प्लेन है ने उत्थे काफ़ी सानू वधिया सॉइल मिलती है, फर्टाइल एलूवियल सॉइल मिलती है। एलूवियल सॉइल बहुत वधिया होंदी, इसलिए एग्रीकल्चर की बहुत ज़्यादा डिवलपमेंट हैगी बट इधरली साइड एग्रीकल्चर की इन्नी जी परपज़ लिए नहीं यूज़ किया जाता है। ठीक है, इनफर्टाइल जी सॉइल हैगी, मतलब सॉइल ज़्यादा उपजाऊ नहीं होने करके जो वैसटर्न कोस्ट है वो एग्रीकल्चरली वधिया नहीं हैगी बट ईस्ट वाले बहुत वधिया है ने। ठीक है, सो ये कुछ इंपॉर्टेंट पॉइंट है डिफरेंस जो बनते। कुछ होर पॉइंट्स देख लो, ये थोड़े है अपने जोड़े आप ईस्ट वैसटर्न कोस्ट किए हैं। ठीक है, ये वो कीमेज ली हैगी मैं प्लेन्स की। दूसरा उसका है जो वैसटर्न कोस्ट प्लेन है वो नैरो स्ट्रिप होंगी, तुहानूं दस दिता बहुत घट विथ होंगी है एंड लैंड इन द वैसटर्न पार्ट इंडियन इज बिटवीन वैसटर्न घाट एंड अरेबियन सी दे विच हैगा। उस तो बाद कुछ तुहानूं दस दिता 4 गुजरात, कोंकण, कन्नड़ एंड मलाबार। नैरो स्ट्रिप दस दी है गुजरात तो लैके केरला तक, इतों गुजरात तो लैके कितने तक है केरला तक है। क्लीयर। उस तो बाद 4 पार्ट्स डिवाइड हो तो दस दिता है। सो ये हुण अपना आप क्वेश्चन आप टिक करते हैं, हुण क्वेश्चन पर चलते हैं। सो क्वेश्चन साडा सीगा ये वाला वैसटर्न कोस्ट पार्ट। पहला है नैरो बेल्ट हैगी, बिल्कुल ज़्यादा नहीं है चौड़ाई ज़्यादा नहीं, नैरो बेल्ट हैगी। दूसरा एग्जाम्पल ऑफ सबमर्ज्ड कोस्टल प्लेन, हाँ जी ये ना सबमर्ज्ड होंगे पानी के थल्ले कोई डुबी हुई चीज़। द्वारका बारे द्वारका सिटी बारे सुनिया उन्होंने ना, द्वारका सिटी सी वो जी पानी थल्ले डुब गई। सो वैसटर्न कोस्ट की सी। ठीक है, सबमर्ज्ड होंगे पानी के अंडर। ठीक है, देखो मैं तुहानूं इहदे इमेजेस दिखानी हाँ, वेट ये देखो ये द्वारका सिटी दी है, कुछ वो मिले सी कुछ इमेजिस आ, मतलब वो पूरी दी पूरी सिटी मन्निया जाता हजे भी कि पानी के थल्ले हैगी, वैसटर्न कोस्ट है, इसलिए सबमर्ज्ड पार्ट कहते हैं द्वारका सिटी। ये देखो ये मिथोलॉजी के आप पढ़ते हैं ना ये बारे। सो ये कुछ बहुत सारा मतलब मिला कि ये पूरी की पूरी डुब गई आ, वैसटर्न कोस्ट की साइड ही हैगी है। ठीक है, सो इस करके जोड़े वैसटर्न कोस्ट है इन्होंने आप सबमर्ज्ड की एग्जाम्पल्स ही लेने। ठीक है, हम आप अपने क्वेश्चन से चलते हैं, ये भी गल क्लीयर हो गई होगी तुहानूं। सो अपना क्वेश्चन सीगा ਇਹਦੇ ਵਿੱਚ ਕੀ ਆ, इट इज़ एग्जाम्पल ऑफ सबमर्ज्ड कोस्टल प्लेन। ये सबमर्ज्ड कोस्टल प्लेन हैगा वैस्ट साइड वाला। ठीक है, इट प्रोवाइड द नैचुरल कंडीशन फॉर डिवलपमेंट ऑफ पोर्ट्स। ये असीं पढ़िया पोर्ट्स इधर है ने बना सकते हैं आप, वैसटर्न साइड पर काफ़ी सारे पोर्ट्स है ने। इट हैज़ अ वैल डिवलप्ड डेल्टाज, नहीं इधर डेल्टा नहीं बनते, डेल्टा किधर बनते सी ईस्ट साइड वाले। सो फर्स्ट सैकेंड एंड थर्ड ऑप्शन की हो जाएगा करैक्ट। इदा तुहानूं हुण ईस्टर्न कोस्ट वैसटर्न कोस्ट जो मर्जी डिफरेंस पूछ लो तुसीं दस सकते हो। क्लीयर। नैक्सट 15 क्वेश्चन देखो, विच अमंग ऑफ द फॉलोइंग प्लेस इन इंडिया नीयरेस्ट द ट्रॉपिक ऑफ कैंसर। देखो जी ट्रॉपिक ऑफ कैंसर आ जिदा इंडिया का मैप है ना वो 23 डिग्री एंड हाफ से जी साढ़े को ट्रॉपिक ऑफ कैंसर जाती है। ये देखो ये जो तुहानूं मैं ये मैप में थोड़ा वड्डा करके दिखावा, दिस इज़ द ट्रॉपिक ऑफ कैंसर आ जा रही है। देखो दिस इज़ द ट्रॉपिक ऑफ कैंसर। उन्हें पूछा आ अपने क्वेश्चन चो ये पूछा है कि किहड़ा जिहड़ा हैगा आ इन्हां चों पार्ट हैगा आ वो सब तो लागे हैगा ट्रॉपिक ऑफ कैंसर दे, एजावल, राजकोट, कोलकाता या इंफॉल, इन्हां चों किहड़ा ट्रॉपिक ऑफ कैंसर दे लग गया। मैं ना तुहानूं एक वीडियो दे विच ना ट्रॉपिक ऑफ कैंसर दे लागे किहड़ियां स्टेट्स पैंदियां आ या किहड़ी स्टेट्स चों पास करदी आ, है ना, वो मैं तुहानूं अलग तो एक ट्रिक नाल भी करवा दांगी। फिलहाल ही तुसीं इस क्वेश्चन 'च देखो कि ट्रॉपिक ऑफ कैंसर दे कोल इन्हां विच्चों किहड़ा हैगा।
इतों देखो, इतों तुहानूं ज़्यादा क्लीयर होएगा क्योंकि इन्हें इधर वाले ही सारे दसे हुए आ। सो इत्थे देखो तुसीं, दिस इज़ ਇਹਦੇ ਵਿੱਚ ਇੰਫਾਲ, दिस इज़ एजवाल, दिस इज़ कोलकाता एंड इधर ही राजकोट आ जाएगा। ठीक है, तो सब तो लागे देखो ट्रॉपिक ऑफ कैंसर आ रही है, तो सब तो लागे किहड़ा आया, एजवाल, यही आया ना। देखो एक बार फिर दिखा देनी मैं, दिस इज़ द ट्रॉपिक ऑफ कैंसर, ये लागे सब तो क्या है, एजवाल। एंड इंफाल थोड़ा दूर हैगा, कोलकाता भी दूर हैगा। सो जे उन्होंने सब तो ज़्यादा गल करिए, सब तो लागे कौन आता है, एजवाल। ठीक है, सो साडा सही ऑप्शन की हो जाएगा, ऑप्शन नंबर ए। नैक्सट हैगा, विच अमंग ऑफ द फॉलोइंग स्टेट इज़ दी दिहंग दिबांग बायोस्फीयर रिजर्व लोकेटेड। देखो बायोस्फीयर रिजर्व, देखो बायोस्फीयर ਜਿਹੜੇ ਰਿਜ਼ਰਵਸ ਹੁੰਦੇ ਉਹ ਸਾਡੇ ਇਨਵਾਇਰਮੈਂਟ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਆ। ਠੀਕ ਹੈ, ਬਾਇਓ ਉੱਥੇ ਰਿਜ਼ਰਵ ਕਰਕੇ ਰੱਖਿਆ ਜਾਂਦਾ, ਬਹੁਤ ਸਾਰੇ ਜੀਵ ਜੰਤੂ, ਬਹੁਤ ਸਾਰੀਆਂ ਪ੍ਰਜਾਤੀਆਂ, ਬਹੁਤ ਸਾਰੇ ਪਲਾਂਟ, ਸਾਰਾ ਕੁਛ ਉਹਨਾਂ ਨੂੰ ਰਿਜ਼ਰਵ ਕਰਕੇ ਰੱਖਿਆ ਜਾਂਦਾ। ਸਾਡੇ ਦੇਸ਼ ਵਿੱਚ ਕਾਫੀ ਸਾਰੇ ਬਾਇਓਸਫੀਅਰ ਰਿਜ਼ਰਵ ਲੋਕੇਟਡ ਹੈਗੇ ਨੇ। ਜਿਹੜਾ ਦਿਹੰਗ ਦਿਬਾਂਗ ਹੈਗਾ ਅਰੁਣਾਚਲ ਪ੍ਰਦੇਸ਼ 'ਚ, ਬਟ ਮੈਂ ਤੁਹਾਨੂੰ ਸਾਰੇ ਦੱਸਾਂਗੀ। ਠੀਕ ਹੈ, ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਕਿਹੜੇ ਕਿੱਥੇ ਕਿੱਥੇ ਹੈਗੇ ਨੇ, ਉੜੀਸਾ 'ਚ ਕਿਹੜਾ, ਉੱਤਰਾਖੰਡ 'ਚ ਕਿਹੜਾ, ਅਸਾਮ 'ਚ ਕਿਹੜੇ ਕਿਹੜੇ ਹੈਗੇ ਨੇ। ਹੁਣ ਆਪਾਂ ਮੈਪ 'ਤੇ ਚੱਲਦੇ, ਮੈਪ ਤੋਂ ਹੀ ਸਮਝਾਂਗੇ ਕਿਉਂਕਿ ਕੁਐਸਚਨ ਤੋਂ ਮੈਂ ਤੁਹਾਨੂੰ ਆਈਡੀਆ ਦੱਸਣਾ ਕਿ ਕੁਐਸਚਨ ਆਉਂਦੇ ਕਿੱਦਾਂ ਦੇ ਆ। ਠੀਕ ਹੈ, ਸੋ ਚੱਲਦੇ ਆਪਾਂ। ਦੇਖੋ ਬਾਇਓਸਫੀਅਰ ਰਿਜ਼ਰਵਸ ਦੇਖੋ ਅਲੱਗ-ਅਲੱਗ, ਇਹ ਹੈਗਾ ਦਿਹੰਗ ਦਿਬਾਂਗ ਅਰੁਣਾਚਲ ਪ੍ਰਦੇਸ਼, ਮਾਨਸ ਵਿਲਡਫੇਅਰ ਜਿਹੜੀ ਸੈਂਚੁਰੀ ਹੈਗੀ ਅਸਾਮ ਦੇ ਵਿੱਚ ਹੈਗੀ ਹੈ, ਵੈਰੀ ਇੰਪੋਰਟੈਂਟ। ਕੰਚਨਜੰਗਾ ਇਹ ਤਾਂ ਪੇਪਰ 'ਚ ਬਹੁਤ ਸਾਰੇ ਪੇਪਰ 'ਚ ਪੁੱਛਿਆ ਜਾਂਦਾ ਹੈ, ਸਿੱਕਮ ਦੇ ਵਿੱਚ ਹੈਗਾ। ਨੰਦਾ ਦੇਵੀ ਉੱਤਰਾਖੰਡ 'ਚ ਹੈਗਾ ਆ। ਠੀਕ ਹੈ, ਇੱਕ ਸਾਡੇ ਕੋਲ ਕੋਲ ਡੈਜ਼ਰਟ ਨਾਮ ਦਾ ਵੀ ਆਉਂਦਾ, ਉਹ ਇੱਥੇ ਹਿਮਾਚਲ ਪ੍ਰਦੇਸ਼ 'ਚ ਆਏਗਾ, ਉਹ ਇੱਥੇ ਨਹੀਂ ਦੱਸਿਆ ਹੋਇਆ। ਗੁਜਰਾਤ 'ਚ ਦ ਗ੍ਰੇਟ ਰਨ ਆਫ ਕਸ਼, ਨੀਲਗਿਰੀ ਇੱਧਰ ਹੈਗੇ ਨੇ ਅਲੱਗ-ਅਲੱਗ, ਮਤਲਬ ਸਾਰੇ ਦੇਖੋ। ਗਲਫ ਆਫ ਮਨਾ ਦਿੱਤਾ ਤਾਮਿਲਨਾਡੂ ਦੇ ਵਿੱਚ, ਉੜੀਸਾ ਦੇ ਵਿੱਚ ਸਿੰਪਾਲੀ ਨੈਸ਼ਨਲ ਪਾਰਕ ਦਿੱਤਾ ਹੋਇਆ ਆ, ਇੱਧਰ ਨਿੱਕੋਬਾਰ, ਗ੍ਰੇਟ ਨਿੱਕੋਬਾਰ ਵੀ ਹੈਗਾ ਇੱਕ। ਠੀਕ ਹੈ, ਸੁੰਦਰਵਨ ਇੱਧਰ ਵੈਸਟ ਬੰਗਾਲ ਦੇ ਵਿੱਚ ਹੈਗੇ ਨੇ। ਇਹ ਸਾਰੇ ਇੰਪੋਰਟੈਂਟ ਆ, ਤੁਸੀਂ 2-3 ਵਾਰੀ ਵੀ ਇਹਨਾਂ ਨੂੰ ਇੱਦਾਂ ਬਾਰ-ਬਾਰ ਦੇਖੋਗੇ ਨਾ ਕਿ ਇਹਦੇ ਵਾਲਾ ਇੱਥੇ ਹੈਗਾ, ਇੱਥੇ ਦਿਮਾਗ 'ਚ ਰਹਿ ਜਾਂਦੇ ਆ ਕਿ ਉੱਤਰਾਖੰਡ 'ਚ ਨੰਦਾ ਦੇਵੀ ਹੈਗਾ ਆ। ਠੀਕ ਹੈ, ਇਹ ਅਲੱਗ-ਅਲੱਗ ਸਾਰੇ ਨਾਮ, ਅਮਰਕੰਡ ਜਿਹੜਾ ਹੈ ਛੱਤੀਸਗੜ੍ਹ ਦੇ ਵਿੱਚ ਦਿੱਤਾ, ਇਹ ਸਾਰੇ ਤੁਹਾਨੂੰ ਯਾਦ ਰਹਿ ਜਾਣਗੇ। ਮੱਧ ਪ੍ਰਦੇਸ਼ ਦਿੱਤਾ ਹੋਇਆ ਪੰਨਾ। ਜਿਹੜਾ ਦਿਹੰਗ ਦਿਬਾਂਗ ਹੈਗਾ ਆ, ਦਿਬਰੂ ਐਂਡ ਕੰਚਨਜੰਗਾ, ਇਹ ਤਿੰਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਨੇ। ਇੱਕ ਜਿਹੜਾ ਆ ਸਿਮਲੀਪਲ, ਇਹ ਵੀ ਇੰਪੋਰਟੈਂਟ ਹੈਗਾ ਆ। ਸੋ ਸਾਡਾ ਜਿਹੜਾ ਸੀਗਾ ਉਹ ਸੀਗਾ ਦਿਹੰਗ ਦਿਬਾਂਗ, ਉਹ ਹੈਗਾ ਆ ਕਿੱਥੇ, ਅਰੁਣਾਚਲ ਪ੍ਰਦੇਸ਼ ਦੇ ਵਿੱਚ। ਕਲੀਅਰ, ਇੰਪੋਰਟੈਂਟ ਹੈਗਾ ਆ। ਇਹ ਤੁਸੀਂ ਸਾਰੇ ਕਰਨੇ, ਮੈਂ ਕੁਛ ਇਮੇजेस ਦਿਖਾਣੀ। ਨੰਦਾ ਦੇਵੀ ਉੱਤਰਾਖੰਡ ਦਾ ਬਾਇਓਸਫੀਅਰ ਰਿਜ਼ਰਵ ਦੇਖੋ, ਬਹੁਤ ਸੋਹਣੇ ਸੋਹਣੇ ਹੁੰਦੇ ਆ ਬਾਇਓਸਫੀਅਰ ਰਿਜ਼ਰਵਸ। ਠੀਕ ਹੈ, ਰਿਜ਼ਰਵ ਕਰਕੇ ਸਾਡਾ ਨੇਚਰ ਬਹੁਤ ਸੋਹਣਾ ਆ, ਨੇਚਰ ਨੂੰ ਪ੍ਰੀਜ਼ਰਵ ਕਰਕੇ ਦੇਖੋ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ। ਇਹਦੇ ਬਾਇਓਸਫੀਅਰ ਰਿਜ਼ਰਵਸ ਜਿਹੜੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈਲਪਫੁਲ ਕਰਦੇ ਆ ਉਹਨਾਂ ਸਾਰੀਆਂ ਸਪੀਸ਼ੀਜ਼ ਨੂੰ ਵੀ ਬਚਾ ਕੇ ਰੱਖਣ ਦੇ ਲਈ। ਠੀਕ ਹੈ, ਇਹ ਨੈਕਸਟ ਹੈਗਾ ਸੁੰਦਰਵਨ। ਦੇਖੋ ਜਿਹੜੇ ਸੁੰਦਰਵਨ ਹੈਗੇ ਨਾ ਵੈਸਟ ਬੰਗਾਲ 'ਚ, ਉਹਦੀ ਦੇਖੋ ਮੈਂ ਕੁਛ ਕੁ ਪਿਕਸ ਲਈਆਂ ਕਿ ਤਾਂ ਤੁਹਾਡਾ ਥੋੜਾ ਇੰਟਰਸਟ ਕ੍ਰੀਏਟ ਹੋਵੇ, ਤੁਸੀਂ ਵੀ ਇਹਨਾਂ ਬਾਰੇ ਸਰਚ ਕਰਿਆ ਕਰੋ। ਇੱਦਾਂ ਦੀਆਂ ਜਿਹੜੀਆਂ ਆਪਣੇ ਇੰਡੀਆ 'ਚ ਵਧੀਆ ਵਧੀਆ ਪਲੇਸਿਸ ਉਹਨਾਂ ਨੂੰ ਸਰਚ ਕਰਕੇ ਦੇਖਿਆ ਕਰੋ ਨਾ, ਪਤਾ ਲੱਗਦਾ ਕਿੰਨੀਆਂ ਚੀਜ਼ਾਂ ਦਾ। ਸੋ ਦੇਖੋ ਕਿੰਨੇ ਸੋਹਣੀਆਂ ਸੋਹਣੀਆਂ ਜਗ੍ਹਾ ਹੈਗੀਆਂ ਨੇ। ਠੀਕ ਹੈ, ਇਹਦੇ ਇਹ ਵਾਲਾ ਹੈਗਾ ਉੜੀਸਾ ਵਾਲਾ। ਠੀਕ ਹੈ, ਸਮਲੀਪਾਲੀ ਜਿਹੜਾ ਆਪਾਂ ਪੜ੍ਹਿਆ ਸੀਗਾ ਨਾ, ਉਹ ਵਾਲਾ ਹੈਗਾ ਆ। ਨੈਕਸਟ ਦਿਸ ਇਜ਼ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈਗਾ, ਵੈਰੀ ਬਿਊਟੀਫੁਲ। ਜਿਹੜਾ ਆਪਾਂ ਕੀਤਾ ਸੀਗਾ ਕੋਲ ਡੈਜ਼ਰਟ, ਮੈਂ ਦੱਸਿਆ ਹਿਮਾਚਲ ਪ੍ਰਦੇਸ਼ ਵਾਲਾ। ਇਹ ਬਾਇਓਸਫੀਅਰ ਰਿਜ਼ਰਵਸ ਬਹੁਤ ਸੋਹਣੇ ਸੋਹਣੇ ਹੈਗੇ ਨੇ। ਠੀਕ ਹੈ, ਇਹ ਕੁਛ ਕੁ ਪਿਕਸ ਲਈਆਂ ਹੈਗੀਆਂ ਇਹਨਾਂ ਦੀਆਂ ਤਾਂ ਕਿ ਥੋੜ੍ਹਾ ਇੰਟਰਸਟਿੰਗ ਬਣ ਜਾਂਦਾ, ਸਾਨੂੰ ਇਹਨਾਂ ਚੀਜ਼ਾਂ ਬਾਰੇ ਹੋਰ ਪਤਾ ਲੱਗੇ, ਬਾਇਓਸਫੀਅਰ ਰਿਜ਼ਰਵਸ ਜਿਹੜੇ ਉਹਨਾਂ ਬਾਰੇ, ਐਂਡ ਕਿਹੜਾ ਕਿਹੜਾ ਕਿੱਥੇ ਹੈਗਾ। ਤੁਸੀਂ ਸਾਰੇ ਹੀ ਯਾਦ ਕਰਨੇ, ਮੈਂ ਤੁਹਾਨੂੰ ਪਿਕ 'ਚ ਦਿਖਾ ਦਿੱਤਾ। ਬਾਕੀ ਹੋ ਸਕਦਾ ਤਾਂ ਮੈਂ ਸ਼ਾਇਦ ਇਹਨਾਂ ਚੀਜ਼ਾਂ 'ਤੇ ਵੀ ਵਿਦਿਨ ਦਾ ਟਾਈਮ ਕੁਝ ਸ਼ਾਰਟਕਟ ਟ੍ਰਿਕਸ ਦੇ ਨਾਲ ਵੀਡੀਓਜ਼ ਬਣਾਵਾਂ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਸਾਡੇ ਕੋਲ। ਦੇਖੋ ਇੱਥੇ ਕੁਐਸਚਨ ਤੋਂ ਪਹਿਲਾਂ ਅਸੀਂ ਇਹ ਵਾਲਾ ਹੀ ਦੇਖ ਲੈਂਦੇ ਹਾਂ ਆਪਾਂ। ਕੰਚਨਜੰਗਾ ਇਹ ਤਾਂ ਆਪਾਂ ਹੁਣੇ ਕੀਤਾ, ਇਹ ਕਿੱਥੇ ਹੈ, ਸਿੱਕਮ ਦੇ ਵਿੱਚ। ਸੋ ਇਹ ਤਾਂ ਉਹਦੀ ਟਿਕ ਹੋ ਗਿਆ। ਕਲੀਅਰ, ਉਸ ਤੋਂ ਬਾਅਦ ਸਾਡੇ ਕੋਲ ਕੁਐਸਚਨ ਹੈਗਾ, ਵਿਚ ਅਮੰਗ ਦਾ ਫੋਲੋਇੰਗ ਪਾਰਟ ਇੰਡੀਆ ਫਾਲ ਅੰਡਰ ਦਾ ਅਰਥਕੁਇਕ ਜ਼ੋਨ। ਦੇਖੋ ਅਰਥਕੁਇਕ ਦੇ ਜ਼ੋਨ 5 ਅਰਥਕੁਇਕ ਨਾ ਜ਼ੋਨ ਬਣਿਆ, ਜ਼ੋਨ ਵਾਈਜ਼, ਮਤਲਬ ਇੱਕ ਫਸਟ ਜ਼ੋਨ, ਫਿਰ ਸੈਕਿੰਡ, ਥਰਡ, ਫੋਰਥ। ਜਿੱਦਾਂ ਇਹ 'ਚ ਘੱਟ ਰਿਸਕ ਹੈਗਾ, ਵੈਰੀ ਲੋ ਰਿਸਕ, ਲੋ ਰਿਸਕ, ਫਿਰ ਥੋੜਾ ਹਾਈ ਰਿਸਕ। 5th ਜ਼ੋਨ ਦੇ ਵਿੱਚ ਵੈਰੀ ਹਾਈ ਰਿਸਕ ਹੁੰਦਾ। ਇਹ ਵੀ ਮੈਂ ਤੁਹਾਨੂੰ ਮੈਪ ਤੋਂ ਦਿਖਾਉਂਗੀ ਤਾਂ ਕਿ ਤੁਹਾਨੂੰ ਸਾਰੇ ਕਲੀਅਰ ਹੋ ਜਾਣ ਕਿਹੜੇ ਕਿਹੜੇ ਜ਼ੋਨ ਕਿੱਥੇ ਕਿੱਥੇ ਆ। ਹੁਣ ਉਹਨੇ 5th ਪੁੱਛਿਆ, ਕੋਈ ਵੀ ਪੁੱਛ ਸਕਦਾ ਹੈ ਨਾ। ਸੋ ਆਪਾਂ ਚੱਲਦੇ ਹਾਂ। ਦੇਖੋ ਇਹ ਹੈਗਾ ਸਿਸਮਿਕ ਜ਼ੋਨ, ਸਿਸਮਿਕ ਹੈਗਾ ਆ, ਇਹਨੇ ਅਰਥਕੁਇਕ ਦੇ ਨਾਲ ਰਿਲੇਟਡ। ਜ਼ੋਨ 5 ਜਿਹੜਾ ਹੈਗਾ ਵੈਰੀ ਹਾਈ ਰਿਸਕ, ਇੱਥੇ ਬਹੁਤ ਜ਼ਿਆਦਾ ਰਿਸਕ ਰਹਿੰਦਾ। ਜੇ ਤੁਹਾਨੂੰ ਪਤਾ ਹੋਵੇ ਇੱਧਰ ਆਹ ਵਾਲਾ ਜਿਹੜਾ ਨਾਰਥ ਈਸਟ ਦਾ ਰੀਜਨ ਪੈਂਦਾ ਹੈ, ਇੱਧਰ ਅਰੁਣਾਚਲ ਪ੍ਰਦੇਸ਼, ਅਸਾਮ, ਇਹਨਾਂ ਦੇ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਰਿਸਕ ਰਹਿੰਦਾ ਆ। ਮਤਲਬ ਕਿ ਸ਼ੇਕਿੰਗ ਜਿਹੜੀ ਆ ਉਹ ਕਈ ਵਾਰੀ ਹੁੰਦੀ ਰਹਿੰਦੀ ਆ, ਮਤਲਬ ਕਿ ਜਿਹੜੇ ਅਰਥਕੁਇਕ ਆ ਉਹ ਜਲਦੀ ਤੋਂ ਜਲਦੀ ਆਉਂਦਾ ਹੈ। ਠੀਕ ਹੈ, ਜ਼ੋਨ 4 ਦੇਖੋ ਦਿਖਾਇਆ ਹੋਇਆ, ਇੱਥੇ ਵੀ ਹਾਈ ਰਿਸਕ ਹੈਗਾ, ਪਰ ਜ਼ੋਨ 4 ਦੇ ਵਿੱਚ ਤਾਂ ਹਾਈ ਰਿਸਕ ਹੈ, ਬਟ ਜ਼ੋਨ 5 ਦੇ ਵਿੱਚ ਵੈਰੀ ਹਾਈ ਰਿਸਕ ਹੈ। 3 ਦੇ ਵਿੱਚ ਥੋੜਾ ਮੋਡਰੇਟ ਰਿਸਕ, ਥੋੜਾ ਘੱਟ ਜਾਂਦਾ, ਜੈਲੋ ਵਾਲੇ ਪਾਰਟ ਹੋਣਗੇ। ਜ਼ੋਨ 2 ਦੇ ਵਿੱਚ ਤਾਂ ਵੈਰੀ ਲੋ ਰਿਸਕ ਹੈਗਾ, ਬਹੁਤ ਜ਼ਿਆਦਾ ਘੱਟ ਰਿਸਕ ਹੈਗਾ ਇਹ ਵਾਲੇ ਏਰੀਏ। ਠੀਕ ਹੈ, ਇਹਨਾਂ 'ਚ ਕੋਈ ਜ਼ਿਆਦਾ ਨਹੀਂ ਰਿਸਕ ਰਹਿੰਦਾ। ਸੋ ਇਹਨਾਂ ਨੇ ਜ਼ੋਨ ਵਾਈਜ਼ ਦੱਸਿਆ ਹੋਇਆ, ਤੁਸੀਂ ਇੱਕ ਵਾਰੀ ਦਿਮਾਗ 'ਚ ਵਾਲੇ ਜ਼ੋਨ ਸਾਰੇ ਰੱਖ ਲਓਗੇ, ਤੁਹਾਨੂੰ ਪਤਾ ਹੋਏਗਾ ਕਿ ਕਿਹੜਾ ਜ਼ੋਨ ਕਿੰਨੇ ਰਿਸਕ 'ਤੇ ਹੈਗਾ। ਹੁਣ ਜਿੱਦਾਂ ਉਹਨੇ ਜ਼ੋਨ 5 ਪੁੱਛ ਲਿਆ, ਹੁਣ ਜ਼ੋਨ 5 ਆ, ਤੁਸੀਂ ਮੈਪ ਡਰੋ ਕਰੋ ਇੱਧਰ ਨਾ, ਇਹਦੇ ਵਿੱਚ ਨਾਰਥ, ਸਾਊਥ, ਈਸਟ, ਵੈਸਟ। ਸੋ ਇਹ ਰੀਜ਼ਨ ਕਿਹਦੇ ਵਿੱਚ ਆ ਗਿਆ,
नॉर्थ ईस्ट ਦੇ ਵਿੱਚ ਆ ਗਿਆ। ਸੋ ਸਾਡਾ ਆਨਸਰ ਉੱਥੇ ਕੀ ਹੋ ਜਾਏਗਾ, ਨੌਰਥ ਈਸਟ ਰੀਜਨ। ਚੱਲਦੇ ਹਾਂ ਆਪਾਂ ਆਪਣੇ ਕੁਐਸਚਨ ਤੇ। ਸੋ ਆਪਣਾ ਆਨਸਰ ਕੀ ਆ ਜਾਏਗਾ ਇੱਥੇ, ਕੁਐਸਚਨ ਸੀਗਾ ਦਿਸ, ਸੋ ਨੌਰਥ ਈਸਟਰਨ ਰੀਜਨ। ਸੋ ਜ਼ੋਨ 5 ਦੇ ਵਿੱਚ ਕੀ ਆ ਗਏ, ਨੌਰਥ ਈਸਟਰਨ ਰੀਜਨ। ਨੈਕਸਟ ਹੈਗਾ ਕੁਐਸਚਨ 18 ਤਾਂ ਆਪਾਂ ਅਟੈਂਪਟ ਕਰ ਲਿਆ ਸੀ, ਹੁਣ ਆਪਾਂ ਕੁਐਸਚਨ 19 ਤੇ ਚੱਲਦੇ। ਵਿਚ ਵਨ ਆਫ ਦਾ ਫੋਲੋਇੰਗ ਪੇਅਰ ਆਫ ਸਟੇਟ ਇੰਡੀਕੇਟ ਦਾ ਈਸਟਰਨ ਮੋਸਟ ਐਂਡ ਵੈਸਟਰਨ ਮੋਸਟ। ਦੇਖੋ ਈਸਟਰਨ ਮੋਸਟ ਹੁੰਦਾ ਈਸਟ ਵਾਲੀ ਸਾਈਡ ਸਭ ਤੋਂ ਐਂਡ ਤੇ, ਵੈਸਟਰਨ ਮੋਸਟ ਮਤਲਬ ਵੈਸਟਰੀ ਸਾਈਡ ਤੇ ਸਭ ਤੋਂ ਐਂਡ ਕਿਹੜੀ ਸਟੇਟ ਹੈਗੀ ਆ, ਠੀਕ ਆ। ਸਟੇਟ ਦੀ ਪੁੱਛਿਆ। ਹੁਣ ਤੁਹਾਨੂੰ ਆਪਣੇ ਇੰਡੀਆ ਦਾ ਮੈਪ ਤਾਂ ਪਤਾ ਹੀ ਹੈ, ਠੀਕ ਹੈ। ਜੇ ਤੁਸੀਂ ਇਹਨੂੰ ਇੰਡੀਆ ਦੇ ਮੈਪ ਨੂੰ ਬਣਾਓ, ਹੁਣ ਤੇ ਜਗ੍ਹਾ ਕਰਕੇ ਥੋੜਾ ਤੁਸੀਂ ਬਣਾ ਸਕਦੇ ਹੋ, ਇਹ ਪੂਰਾ ਨਹੀਂ ਬਣਿਆ ਹੋਇਆ, ਠੀਕ ਹੈ। ਇਹ ਸਭ ਤੋਂ ਇੱਧਰ ਪੁੱਛ ਰਿਹਾ ਈਸਟ ਸਾਈਡ ਤੇ ਸਭ ਤੋਂ ਜ਼ਿਆਦਾ ਬੈਸਟ ਸਾਈਡ ਤੇ ਐਂਡ ਤੇ ਕਿਹੜੀ ਸਟੇਟ ਪੈਂਦੀ। ਦੇਖੋ ਸਭ ਤੋਂ ਈਸਟ ਸਾਈਡ ਤੇ ਐਂਡ ਤੇ ਪੈਂਦਾ ਅਰੁਣਾਚਲ ਪ੍ਰਦੇਸ਼, ਸਭ ਤੋਂ ਬੈਸਟ ਸਾਈਡ ਤੇ ਐਂਡ ਤੇ ਪੈਂਦਾ ਗੁਜਰਾਤ, ਠੀਕ ਹੈ, ਯਾਦ ਰੱਖਣਾ। ਸੋ ਈਸਟਰਨ ਮੋਸਟ ਸਭ ਤੋਂ ਪਾਰਟ ਐਂਡ ਤੇ ਕੀ ਹੋ ਗਿਆ ਅਰੁਣਾਚਲ ਪ੍ਰਦੇਸ਼, ਵੈਸਟਰਨ ਮੋਸਟ ਐਂਡ ਤੇ ਕੀ ਹੋ ਗਿਆ ਗੁਜਰਾਤ। ਆਪਸ਼ਨ ਡੀ ਕੀ ਆਏਗਾ ਕਰੈਕਟ। ਜੇ ਤੁਹਾਨੂੰ ਇਹ ਵੀ ਪੁੱਛ ਲਿਆ ਜਾਵੇ ਕਿ ਐਂਡ ਤੇ ਕਿਹੜਾ ਮਤਲਬ ਜਗ੍ਹਾ ਦਾ ਕੀ ਨਾਮ ਹੈਗਾ, ਤਾਂ ਜਿਹੜਾ ਈਸਟਰਨ, ਚਲੋ ਇੱਧਰ ਡਰਾ ਕਰਦੇ ਹਾਂ ਆਪਾਂ, ਈਸਟਰਨ ਦੇ ਸਭ ਤੋਂ ਇੱਕ ਐਂਡ ਤੇ ਆਉਂਦਾ ਆ ਕਬਿੱਥੂ ਐਂਡ ਇੱਧਰ ਆਉਂਦਾ ਗੁਹਾਰਮੋਤੀ, ਠੀਕ ਹੈ, ਯਾਦ ਰੱਖਣਾ। ਇੱਧਰ ਆਉਂਦਾ ਹੈ ਐਸਟ ਤੇ ਕਬਿੱਥੂ, ਕਈ ਵਾਰੀ ਇਹ ਵੀ ਪੁੱਛ ਲੈਂਦੇ ਦਿਸ ਇਜ਼ ਦਾ ਗੁਹਾਰਮੋਤੀ, ਰਨ ਆਫ ਕਸ਼ ਦੇ ਵਿੱਚ ਹੈਗਾ ਆ, ਠੀਕ ਹੈ। ਇਹ ਇੱਧਰ ਕਬਿੱਥੂ ਹੈਗਾ ਆ, ਇਹ ਹੈਗਾ ਇੱਧਰ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਬਟ ਇੱਥੇ ਉਹਨੇ ਸਟੇਟ ਪੁੱਛੀ ਸੀ, ਇਸ ਲਈ ਮੈਂ ਜਸਟ ਸਟੇਟ ਦੱਸੀ, ਪਰ ਉਹ ਜਗ੍ਹਾ ਦਾ ਨਾਮ ਆ ਗਿਆ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ। ਕਲੀਅਰ। ਸੋ ਇਹ ਆਪਸ਼ਨ ਡੀ ਆ ਗਿਆ ਕਰੈਕਟ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਕੋਰਲ ਗਰੁੱਪ ਆਫ ਆਈਲੈਂਡ। ਦੇਖੋ ਕੋਰਲ ਗਰੁੱਪ ਆਫ ਆਈਲੈਂਡ ਹੁੰਦੇ, ਇਹਦੇ ਵਿੱਚ ਬਹੁਤ ਸਾਰੀਆਂ ਜਾਨਵਰ ਦੀਆਂ ਬੋਨਸ ਵਗੈਰਾ ਵੀ ਹੁੰਦੀਆਂ, ਤੁਹਾਨੂੰ ਦਿਖਾ ਦੇਣੀ ਕੁਛ ਕਿੱਦਾਂ ਹੁੰਦੇ। ਵੈਸੇ ਮੈਂ ਆਨਸਰ ਪਹਿਲਾਂ ਤੁਹਾਨੂੰ ਇੱਥੇ ਦੱਸ ਦਿੰਦੀ ਹਾਂ। ਇਹ ਸਾਨੂੰ ਜਿਹੜੇ ਆਈਲੈਂਡ ਹੈਗੇ ਆ, ਆਈਲੈਂਡ ਹੁੰਦਾ ਜਿੱਦਾਂ ਪਾਣੀ ਦੇ ਵਿਚਲਾ ਕੋਈ ਜਗ੍ਹਾ ਜਿੱਥੇ ਬਾਕੀ ਸਾਰਾ ਆਲੇ ਦੁਆਲੇ ਪਾਣੀ ਨਾਲ ਘਿਰਿਆ ਹੋਵੇ, ਠੀਕ ਹੈ, ਉਹਦੇ ਵਿੱਚ ਵਾਲਾ ਉਹਨੂੰ ਬੋਲਦੇ ਆਪਾਂ ਆਈਲੈਂਡ। ਇਹ ਹੈਗੇ ਆ ਲਕਸ਼ਦੀਪ ਆਈਲੈਂਡ। ਜਿਹੜੇ ਲਕਸ਼ਦੀਪ ਆਈਲੈਂਡ ਜਿਹੜੇ ਆਈਲੈਂਡ ਹੈਗੇ ਨਾ, ਇਹਨਾਂ ਉੱਤੇ ਸਾਨੂੰ ਕੋਰਲ ਗਰੁੱਪ ਆਫ ਆਈਲੈਂਡ ਮਿਲਦਾ। ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿੱਦਾਂ ਦਾ, ਉਹਨਾਂ ਨਾਲ ਤੁਹਾਨੂੰ ਥੋੜ੍ਹਾ ਹੋਰ ਕਲੀਅਰ ਹੋਏਗਾ। ਤੁਸੀਂ ਦੇਖੇ ਵੀ ਹੋਣੇ ਆ ਇਹ, ਦੇਖੋ ਇਹ ਵਾਲੀ ਫਾਰਮੇਸ਼ਨ, ਇਹ ਸਾਨੂੰ ਲਕਸ਼ਦੀਪ ਆਈਲੈਂਡ ਦੇ ਵਿੱਚ ਹੀ ਮਿਲਦੀ ਆ। ਇੱਕ ਹੋਰ ਇਮੇਜ ਦੇਖ ਲਓ, ਦੇਖੋ ਇਹ ਸਾਰੇ ਜਿਹੜੇ ਇੰਨੇ ਬਿਊਟੀਫੁਲ ਹੈਗੇ ਨੇ, ਸਾਰੇ ਸਾਨੂੰ ਕਿੱਥੇ ਮਿਲਦੇ ਆ, ਲਕਸ਼ਦੀਪ ਦੇ ਵਿੱਚ ਹੈਗੇ ਨੇ, ਬਹੁਤ ਸੋਹਣੇ ਸੋਹਣੇ ਹੈਗੇ ਨੇ, ਠੀਕ ਹੈ। ਸੋ ਇਹ ਸੀਗਾ ਸਾਡੇ ਇੰਡੀਆ ਦੇ ਬਾਰੇ ਆਪਾਂ ਕਰਦੇ, ਜਿਹੜੇ 10 MCQs ਹੋ ਗਏ ਆ। ਜੇ ਤੁਹਾਨੂੰ ਵੀਡੀਓ ਪਸੰਦ ਆਏ, ਲਾਈਕ ਐਂਡ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ, ਐਂਡ ਆਪਣੇ ਰਿਵਿਊਜ਼ ਜ਼ਰੂਰ ਸ਼ੇਅਰ ਕਰਿਆ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।